ਦੀਵਾਲੀ ਤੋਂ ਬਾਅਦ ਦਿੱਲੀ ਦੀ ਆਬੋ ਹਵਾ ਜ਼ਹਿਰੀਲੀ ਹੋ ਗਈ ਹੈ। ਰੋਕ ਦੇ ਬਾਵਜੂਦ ਰਾਜਧਾਨੀ ਦਿੱਲੀ ਦੇ ਵਿੱਚ ਜੰਮ ਕੇ ਬੀਤੇ ਦਿਨੀ ਪਟਾਕੇ ਚੱਲੇ। ਦੱਸਦੇ ਕਿ ਦੀਵਾਲੀ ਤੋਂ ਬਾਅਦ ਹੁਣ ਦਿੱਲੀ ਦੀ ਆਬੋ ਹਵਾ ਜ਼ਹਿਰੀਲੀ ਹੋ ਚੁੱਕੀ ਹੈ। ਸਾਹ ਲੈਣਾ ਔਖਾ ਹੋ ਗਿਆ। ਹਾਲਾਂਕਿ ਰੋਕ ਲਗਾਈ ਗਈ ਸੀ ਪਟਾਕਿਆਂ ਦੇ ਚਲਾਉਣ ਤੇ, ਲੇਕਿਨ ਇਸ ਦੇ ਬਾਵਜੂਦ ਰਾਜਧਾਨੀ ਵਿੱਚ ਜੰਮ ਕੇ ਪਟਾਕੇ ਚੱਲੇ। ਹਵਾ ਦੀ ਗੁਣਵੱਤਾ ਗੰਭੀਰ ਪੱਧਰ ਨੂੰ ਵੀ ਪਾਰ ਕਰ ਗਈ ਹੈ। 에ਅਰ ਕੁਆਲਿਟੀ ਇੰਡੈਕਸ 1000 ਤੋਂ ਪਾਰ ਹੋ ਗਿਆ। ਦਿੱਲੀ ਦੀ ਫਿਜ਼ਾ ਦੇ ਵਿੱਚ ਧੂਆਂ ਛਾਇਆ ਹੋਇਆ ਹੈ ਤੇ ਵੇਖਣਾ ਵੀ ਮੁਸ਼ਕਿਲ ਹੋ ਗਿਆ। ਲੋਕਾਂ ਨੂੰ ਇਸ ਤੋਂ ਇਲਾਵਾ ਸਾਹ ਲੈਣ ਦੇ ਵਿੱਚ ਵੀ ਤਕਲੀਫ ਹੋ ਰਹੀ ਹੈ। ਹਾਲਾਂਕਿ ਪਟਾਕੇ ਚਲਾਉਣ ਤੇ ਦਿੱਲੀ ਦੇ ਵਿੱਚ ਬੈਨ ਸੀ, ਇਸੇ ਰੋਕ ਲਗਾਈ ਗਈ ਸੀ, ਲੇਕਿਨ ਇਸ ਦੇ ਬਾਵਜੂਦ ਜੰਮ ਕੇ ਪਟਾਕਿਆਂ ਦੀ ਵਿਕਰੀ ਵੀ ਹੋਈ ਤੇ ਪਟਾਕੇ ਚਲਾਏ ਵੀ ਗਏ, ਜਿਸ ਤੋਂ ਬਾਅਦ ਹੁਣ ਜਿਹੜੀ 에ਅਰ ਕੁਆਲਿਟੀ ਇੰਡੈਕਸ ਦੇ ਜੇ ਨਜ਼ਰ ਪਾਈ ਜਾਏ ਤਾਂ ਇਸ ਵੇਲੇ ਉਹ 1000 ਤੋਂ ਪਾਰ ਹੋ ਗਿਆ। ਦਿੱਲੀ ਦੀ ਫਿਜ਼ਾ ਦੇ ਵਿੱਚ ਧੂਆਂ ਛਾਇਆ ਹੋਇਆ ਹੈ ਔਰ ਇਸ ਦੇ ਨਾਲ ਜਿੱਥੇ ਕਿ ਦੇਖਣਾ ਵੀ ਮੁਸ਼ਕਿਲ ਹੋ ਗਿਆ। ਸੜਕ ਤੇ ਜਾਂਦੇ ਲੋਕ ਜਿਹੜੇ ਨੇ ਉਹਨਾਂ ਨੂੰ ਵੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਉਹ ਤੇ ਹੀ ਸਾਹ ਲੈਣ ਦੇ ਵਿੱਚ ਵੀ ਲੋਕਾਂ ਨੂੰ ਤਕਲੀਫ ਹੁੰਦੀ ਆ ਰਹੀ ਹੈ। ਦੱਸਦੇ ਕਿ ਲਗਾਤਾਰ ਜਿਹੜਾ ਹੈ ਇਹ ਪਟਾਕੇ ਜੰਮ ਕੇ ਚੱਲੇ ਔਰ ਉਸ ਤੋਂ ਬਾਅਦ ਬੀਤੇ ਦਿਨ ਤੋਂ ਹੀ ਹਾਲਾਂਕਿ ਆਬੋ ਹਵਾ ਜਿਹੜੀ ਹੈ ਦਿੱਲੀ ਦੀ ਅਸਮਾਨ ਦੇ ਵਿੱਚ ਧੂਆਂ ਛਾਇਆ ਹੋਇਆ ਸੀਗਾ, ਲੇਕਿਨ ਰਾਤ ਜਿਸ ਤਰ੍ਹਾਂ ਦੇ ਨਾਲ ਦੀਵਾਲੀ ਮੌਕੇ ਪਟਾਕੇ ਤੇ ਖੁੱਲ ਕੇ ਚੱਲੇ ਉਸ ਤੋਂ ਬਾਅਦ ਜਿਹੜਾ ਹੈ ਸਾਹ ਲੈਣਾ ਵੀ ਔਖਾ ਹੋ ਗਿਆ। ਕਈ ਲੋਕਾਂ ਨੂੰ ਸਾਹ ਦੀ ਸ਼ਿਕਾਇਤ, ਸਿਰਦਰਦ ਦੀ ਸ਼ਿਕਾਇਤ ਵੀ ਜਿਹੜੀ ਹੈ ਉਹ ਵੇਖੀ ਗਈ ਹੈ। ਸੋ ਦਿੱਲੀ ਤੋਂ ਬਾਅਦ ਦੀਵਾਲੀ ਤੋਂ ਬਾਅਦ ਦਿੱਲੀ ਦੀ ਇਹ ਆਬੋ ਹਵਾ ਜੋ ਤਸਵੀਰ ਸਾਹਮਣੇ ਆਈ ਹੈ, ਜਿੱਥੇ ਇੰਜ ਜਾਪਦਾ ਹੈ ਕਿ ਧੁੰਦ ਜਿਹੜੀ ਹੈ ਛਾਈ ਹੋਈ ਹੈ, ਲੇਕਿਨ ਇਹ ਜਿਹੜਾ ਧੂਏ ਦਾ ਪੱਧਰ ਹੈ ਉਹ ਵਧਿਆ ਹੋਇਆ ਹੈ। ਜੋ 에ਅਰ ਕੁਆਲਿਟੀ ਇੰਡੈਕਸ ਹੈ 1000 ਤੋਂ ਪਾਰ ਹੋ ਗਿਆ ਹੈ, ਜਿਸ ਦੇ ਨਾਲ ਆਬੋ ਹਵਾ ਦਿੱਲੀ ਦੀ ਫਿਲਹਾਲ ਪੂਰੀ ਤਰ੍ਹਾਂ ਨਾਲ ਜ਼ਹਿਰੀਲੀ ਹੋ ਚੁੱਕੀ ਹੈ। ਹਰਪ੍ਰੀਤ ਬੰਦੇਸ਼ਾ ਦੇ ਨਾਲ ਗੱਲ ਕਰਦੇ ਆ। ਹਰਪ੍ਰੀਤ, ਜਿਸ ਤਰ੍ਹਾਂ ਨਾਲ ਦੀਵਾਲੀ ਦਾ ਤਿਉਹਾਰ ਬੀਤੇ ਦਿਨੀ ਮਨਾਇਆ ਗਿਆ, ਹਾਲਾਂਕਿ ਦਿੱਲੀ ਸਰਕਾਰ ਨੇ ਫੈਸਲਾ ਕੀਤਾ ਸੀ ਕਿ ਪਟਾਕਿਆਂ ਤੇ ਬੈਨ ਰਹੇਗਾ, ਲੇਕਿਨ ਖਰੀਦਾਰੀ ਵੀ ਹੋਈ, ਜੰਮ ਕੇ ਪਟਾਕੇ ਵੀ ਚੱਲੇ। ਉਸ ਦਾ ਹੀ ਨਤੀਜਾ ਕਿ ਇਸ ਤਰ੍ਹਾਂ ਦੇ ਨਾਲ ਜ਼ਹਿਰੀਲੀ ਇਸ ਵੇਲੇ ਹਵਾ ਹੋ ਚੁੱਕੀ ਹੈ। देखो, राजधानी ਦੇ ਵਿੱਚ ਬ੍ਰੇਕ ਲਗਾਈ ਗਈ ਸੀ ਕਿ ਰਾਜਧਾਨੀ ਦੇ ਵਿੱਚ ਪਟਾਕੇ ਨਹੀਂ ਚੱਲ ਗਏ, ਲੇਕਿਨ ਜਿਸ ਤਰੀਕੇ ਦੇ ਨਾਲ ਪਟਾਕੇ ਚੱਲੇ ਨੇ ਉਸਨੇ ਉਹਨਾਂ ਸਾਰੇ ਦਾਅਵਿਆਂ ਨੂੰ, ਸਾਰੇ ਬੈਨਸ ਨੂੰ ਬਿਲਕੁਲ ਖਤਮ ਕਰ ਦਿੱਤਾ। ਜੰਮ ਕੇ ਆਤਿਸ਼ਬਾਜ਼ੀ ਦਿੱਲੀ ਐਨਸੀਆਰ ਚ ਹੋਈ ਤੇ ਜਿਸ ਦਾ ਨਤੀਜਾ ਅਸੀਂ ਲੋਕ ਦੇਖ ਰਹੇ ਹਾਂ ਕਿ ਇਸ ਵੇਲੇ ਜਿਹੜਾ 에ਅਰ ਕੁਆਲਿਟੀ ਇੰਡੈਕਸ ਜਿਹਨੂੰ AQI ਕਿਹਾ ਜਾਂਦਾ ਹੈ ਉਹ ਹਰ ਥਾਂ ਬੜੀ ਸਪੀਡ ਨਾਲ ਦੌੜਦਾ ਹੋਇਆ ਨਜ਼ਰ ਆ ਰਿਹਾ। ਦਿੱਲੀ ਦੇ ਜ਼ਿਆਦਾਤਰ ਇਲਾਕਿਆਂ 'ਚ ਜਿਹੜਾ 에ਅਰ ਕੁਆਲਿਟੀ ਇੰਡੈਕਸ ਹੈ ਉਹ 999 ਨੂੰ ਪਾਰ ਕਰ ਗਿਆ ਤੇ ਸਭ ਤੋਂ ਜਿਹੜੀ ਲਿਮਿਟ ਹੈ ਉਹ 999 ਹੀ ਹੈ ਉਹਨੂੰ ਨਾਪਣ ਦੀ। ਉਸ ਤੋਂ ਜ਼ਿਆਦਾ ਹੀ ਹੋਏਗਾ ਕਿਉਂਕਿ ਹਾਲਾਤ ਇੰਨੀ ਜ਼ਿਆਦਾ ਖਰਾਬ ਹੈ, ਬੋਲਣ 'ਚ ਦਿੱਕਤ ਆ ਰਹੀ ਹੈ, ਖਾਂਸੀ ਬਹੁਤ ਜ਼ਿਆਦਾ ਹੋ ਰਹੀ ਹੈ, ਅੱਖਾਂ 'ਚ ਇਹ ਜਿਹੜਾ ਧੂੰਆਂ ਹੈ ਚੁੱਭ ਰਿਹਾ ਹੈ। ਹਾਲਾਂਕਿ ਲਗਾਤਾਰ ਇਹ ਗੱਲ ਕਹੀ ਜਾਂਦੀ ਰਹੀ ਹੈ ਕਿ ਮਾਫ ਕਰਨਾ ਜਿਹੜੀ ਕਿ ਪਰਾਲੀ ਸਾੜੀ ਜਾਂਦੀ ਹੈ ਉਸ ਨੂੰ ਲੈ ਕੇ ਹਮੇਸ਼ਾ ਤੋਂ ਜਿਹੜਾ ਧੂੰਆਂ ਉੱਠਦਾ ਹੈ, ਲੇਕਿਨ ਪਰਾਲੀ ਦਾ ਜਿਹੜਾ ਪ੍ਰਦੂਸ਼ਣ ਦੇ ਵਿੱਚ ਜਿਹੜਾ ਹਿੱਸਾ ਦੱਸਿਆ ਜਾਂਦਾ ਤਕਰੀਬਨ 40% ਦੱਸਿਆ ਜਾਂਦਾ। ਲੇਕਿਨ ਇਹ ਗੱਲ ਸਮਝਣੀ ਪਏਗੀ ਕਿ ਪੰਜਾਬ ਦਿੱਲੀ ਤੋਂ ਤਕਰੀਬਨ 350 ਕਿਲੋਮੀਟਰ ਦੂਰ ਪੈਂਦਾ ਜਿਹੜਾ ਬਾਰਡਰ ਹੈ। ਜੇਕਰ ਪੰਜਾਬ 'ਚ ਪਰਾਲੀ ਸੜੇ ਸਭ ਤੋਂ ਪਹਿਲਾਂ ਉਹ ਹਰਿਆਣੇ ਨੂੰ ਇਫੈਕਟ ਕਰੇ ਫਿਰ ਹਰਿਆਣਾ ਬਿਲਕੁਲ ਖਤਮ ਹੋ ਜਾਏ। ਹਰ ਵਾਰੀ ਪਰਾਲੀ ਦੇ ਕਿਸਾਨਾਂ ਦੇ ਉੱਤੇ ਪਾ ਦੇਣਾ ਠੀਕ ਨਹੀਂ ਹੈਗਾ। ਬਿਲਕੁਲ ਹਰਪ੍ਰੀਤ, ਇਸ ਵਾਰ ਤਾਂ ਜਿਹੜਾ ਫਿਲਹਾਲ ਜੋ ਰਿਕਾਰਡ ਆਇਆ ਹੈ, ਅੰਕੜੇ ਆਏ ਨੇ, ਉਸ ਦੇ ਵਿੱਚ ਤਾਂ ਕਿਹਾ ਜਾ ਰਿਹਾ ਕਿ 50% ਤੋਂ ਵੀ ਘੱਟ ਮਾਮਲੇ ਨੇ ਪਰਾਲੀ ਸਾੜਨ ਦੇ ਜੋ ਹਰ ਵਾਰ ਅਮੂਮਨ ਹੁੰਦੇ ਨੇ। ਸੋ ਜੇ ਵਿਚਕਾਰ ਇਸ ਨੂੰ ਲੈ ਕੇ ਬਲੇਮ ਕਰਨਾ ਤਾਂ ਸ਼ਾਇਦ ਵਾਜਿਬ ਹੀ ਨਹੀਂ ਹੁਣ ਰਹਿ ਗਿਆ। ਦੇਖੋ, ਇਸ ਵੇਲੇ ਜੇਕਰ ਆਪਾਂ ਗੱਲ ਕਰੀਏ ਤੇ ਰਾਜਧਾਨੀ ਦਿੱਲੀ ਦੇ ਵਿੱਚ 38% ਤੋਂ ਵੱਧ ਜਿਹੜਾ ਪ੍ਰਦੂਸ਼ਣ ਹੈ ਉਹ ਦਿੱਲੀ ਦੇ ਕੰਸਟਰਕਸ਼ਨ ਦਾ ਹੈ। ਉਸ ਤੋਂ ਬਾਅਦ ਤਕਰੀਬਨ 22% ਦੇ ਕਰੀਬ ਜਿਹੜਾ ਉਹ ਦਿੱਲੀ ਦੇ ਵਹੀਕਲ ਦਾ ਹੈ। ਇਸ ਕਰਕੇ ਸਮਝਣਾ ਪਏਗਾ ਕਿ ਹਮੇਸ਼ਾ ਕਿਸਾਨ ਨੂੰ ਜਾਂ ਪੰਜਾਬ ਨੂੰ ਬਲੇਮ ਕਰਨਾ ਠੀਕ ਨਹੀਂ ਹੈਗਾ, ਆਪਣੇ ਆਪ ਦੀ ਵੀ ਜ਼ਿੰਮੇਵਾਰੀ ਲੈਣੀ ਹੋਏਗੀ। ਦਿੱਲੀ ਦੇ ਮੁੱਖ ਮੰਤਰੀ ਸਾਹਿਬ ਕੱਲ ਬੈਠ ਕੇ ਪੂਜਾ ਪਾਠ ਕਰ ਰਹੇ ਨੇ, ਬਿਲਕੁਲ ਕਰਨਾ ਚਾਹੀਦਾ, ਸਭ ਦਾ ਹੱਕ ਹੈ, ਹੋਣਾ ਵੀ ਚਾਹੀਦਾ ਹੈ। ਲੇਕਿਨ ਅਸੀਂ ਉਹਨਾਂ ਹਾਲਾਤਾਂ ਦੇ ਵਿੱਚੋਂ ਗੁਜ਼ਰੇ ਜਿੱਥੇ ਦਿੱਲੀ 'ਚ ਲੋਕਾਂ ਨੂੰ ਹਸਪਤਾਲ ਨਹੀਂ ਮਿਲੇ, ਲੋਕਾਂ ਨੂੰ ਦਵਾਈਆਂ ਨਹੀਂ ਸਨ ਮਿਲੀਆਂ, ਉਹਨਾਂ ਦੇ ਵਿੱਚ ਅਸੀਂ ਲੋਕਾਂ ਨੂੰ ਇਸ ਤਰੀਕੇ ਨਾਲ ਮਰਨ ਲਈ ਕਿਉਂ ਛੱਡ ਸਕਦੇ? ਕਿਉਂ ਨਹੀਂ ਕੱਲ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖੁਦ ਸੜਕਾਂ ਤੇ ਉਤਰੇ ਤੇ ਉਤਰ ਕੇ ਉਹਨਾਂ ਨੇ ਇਹ ਕੰਮ ਕੀਤਾ ਕਿ ਪਟਾਕੇ ਨਾ ਚੱਲਣ। ਦੂਸਰੀ ਅਹਿਮ ਚੀਜ਼, ਸਾਡੀਆਂ ਜਿਹੜੀਆਂ ਏਜੰਸੀਜ਼ ਨੇ ਉਹ ਇੰਨੀਆਂ ਕਾਰਗਰ ਸਾਬਿਤ ਨਹੀਂ ਹੋ ਪਾ ਰਹੀਆਂ। ਮੈਂ ਨਿੱਜੀ ਤੌਰ ਤੇ ਇੱਕ ਚੀਜ਼ ਦੱਸਾਂ, ਜਿੱਥੇ ਮੈਂ ਰਹਿਣਾ ਮੇਰੇ ਘਰ ਦੇ ਨਜ਼ਦੀਕ ਬਿਲਕੁਲ ਪੁਲਿਸ ਸਟੇਸ਼ਨ ਹੈ, ਉੱਥੇ ਖੂਬ ਜੰਮ ਕੇ ਆਤਿਸ਼ਬਾਜ਼ੀ ਹੋਈ, ਕੋਈ ਪੁੱਛਣ ਵਾਲਾ ਨਹੀਂ ਸੀ। ਤੇ ਇੱਥੇ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਿਹੜੇ ਇਹ ਹਾਲਾਤ ਨੇ ਇਹ ਕਿਸ ਤਰੀਕੇ ਦੇ ਬਣੇ ਹੋਏ ਨੇ। ਸਿਰਫ ਪੰਜਾਬ ਨੂੰ ਜਾਂ ਕਿਸਾਨਾਂ ਨੂੰ ਜਾਂ ਪਰਾਲੀ ਨੂੰ ਬਦਨਾਮ ਕਰਦਿਆਂ ਗੱਲ ਨਹੀਂ ਬਣੇਗੀ। ਇਹ ਕਲੈਕਟਿਵਲੀ ਸਭ ਦੀ ਰਿਸਪੌਂਸਿਬਿਲਿਟੀ ਹੈ, ਸਭ ਨੂੰ ਇਕੱਠੇ ਹੋ ਕੇ ਕੰਮ ਕਰਨਾ ਪਏਗਾ। ਦਿੱਲੀ ਦੀ ਸੜਕਾਂ ਦਾ ਜਾਂ ਆਲਮ ਇਹ ਵੇ ਕਿ ਤੁਸੀਂ ਖੋਲ ਕੇ ਸਾਹ ਲਓਗੇ ਤਾਂ ਤੁਹਾਨੂੰ ਦਿੱਕਤ ਹੋ ਰਹੀ, ਤੁਸੀਂ ਇੱਕ ਵਾਈਟ ਸ਼ਰਟ ਪਾਓ ਤੇ ਜਾ ਕੇ ITO ਤੇ ਖੜੇ ਹੋ ਜਾਓ, ਤੁਹਾਨੂੰ ਆਪ ਅਹਿਸਾਸ ਹੋਏਗਾ ਕਿ ਕਿਸ ਤਰੀਕੇ ਦੇ ਨਾਲ ਦਿੱਲੀ 'ਚ ਅੱਜ ਧੂੰਆਂ ਹੋਇਆ। ਜ਼ਾਹਿਰ ਤੌਰ ਤੇ ਸਭ ਦੀ ਜ਼ਿੰਮੇਵਾਰੀ ਬਣਦੀ, ਲੇਕਿਨ ਦਿੱਲੀ ਦੀ ਹਵਾ ਅੱਜ
ਬਹੁਤ ਜ਼ਿਆਦਾ ਜ਼ਹਿਰੀਲੀ ਹੈ। ਬਿਲਕੁਲ, ਔਰ ਕਿਤੇ ਨਾ ਕਿਤੇ ਸਰਕਾਰ ਦੀ ਆਪਣੀ ਨਾਲਾਇਕੀ ਸੀ ਕਹਿ ਸਕਦੇ ਹਾਂ ਕਿ ਜੋ ਬੈਨ ਲਗਾਉਣ ਦਾ ਫੈਸਲਾ ਬਹੁਤ ਦਿਨ ਪਹਿਲਾਂ ਹੀ ਹਰਪ੍ਰੀਤ ਕਰ ਲਿਆ ਗਿਆ ਸੀ, ਲੇਕਿਨ ਇਸ ਦੇ ਬਾਵਜੂਦ ਇਸ ਨੂੰ ਰੋਕਣ ਦੇ ਵਿੱਚ ਕਾਮਯਾਬ ਜਿਹੜਾ ਹੈ ਸਰਕਾਰ ਨਹੀਂ ਹੋ ਪਾਈ। ਨਤੀਜਾ ਇਸ ਦਾ ਹੈ ਕਿ ਅੱਜ ਜਿਹੜੀ ਜਨਤਾ ਹੈ, ਹਾਲਾਂਕਿ ਯਕੀਨਨ ਜਨਤਾ ਦੀ ਆਪਣੀ ਜ਼ਿੰਮੇਵਾਰੀ ਵੀ ਬਹੁਤ ਸਾਰੀ ਬਣਦੀ ਹੈ ਕਿ ਕਿਉਂਕਿ ਪਟਾਕੇ ਅਸੀਂ ਲੋਕ ਹੀ ਚਲਾ ਰਹੇ ਹਾਂ, ਲੇਕਿਨ ਮਿਲ ਕੇ ਜਿਹੜਾ ਕੰਮ ਹੋਣਾ ਚਾਹੀਦਾ ਸੀ ਉਹ ਨਹੀਂ ਹੋਇਆ। ਔਰ ਅਸਰ ਅੱਜ ਇਹ ਹੈ ਕਿ ਇਹ AQI ਇੰਡੈਕਸ ਜਿਹੜਾ ਹੈ ਜੋ ਲਿਮਿਟ ਹੈ ਉਸ ਨੂੰ ਵੀ ਹੁਣ ਪਾਰ ਕਰਦਾ ਨਜ਼ਰ ਆ ਰਿਹਾ ਔਰ ਇਸ ਵੇਲੇ ਜ਼ਹਿਰੀਲੀ ਹਵਾ ਹੋ ਗਈ ਹੈ। ਜੀ ਬਿਲਕੁਲ, ਦੇਖੋ ਦਿੱਲੀ ਦੇ ਵਿੱਚ ਹਾਲ ਇਹ ਸੀ ਕਿ ਦਿੱਲੀ ਸਰਕਾਰ ਨੇ ਪਟਾਕੇ ਚਲਾਉਣ ਤੇ ਬੈਨ ਲਗਾਇਆ, ਵੇਚਣ ਤੇ ਜਿਹੜਾ ਸੀ ਬੈਨ ਲਗਾਇਆ ਸੀ, ਚਲਾਉਣ ਤੇ ਬੈਨ ਹੈ ਹੀ ਸੀ। ਇਹ ਸਾਡੀ ਆਪਣੀ ਨਹੀਂ, ਸਿਰਫ ਸਰਕਾਰ ਦੇ ਗਲ ਪਾਇਆ ਗੱਲ ਨਹੀਂ ਬਣੇਗੀ, ਲੋਕਾਂ ਨੂੰ ਆਪਣੀ ਜ਼ਿੰਮੇਵਾਰੀ ਵੀ ਖੁਦ ਸਮਝਣੀ ਪਏਗੀ। ਜਿਸ ਤਰੀਕੇ ਨਾਲ ਸਰਕਾਰ ਨੇ ਸਖਤੀ ਕੀਤੀ ਉਸ ਦੇ ਬਾਵਜੂਦ ਲੋਕਾਂ ਨੇ ਜੰਮ ਕੇ ਆਤਿਸ਼ਬਾਜ਼ੀ ਕੀਤੀ, ਉਸ ਦੇ ਚੱਲਦਾ ਰਾਤੀ ਤਕਰੀਬਨ 11:30 ਤੋਂ ਬਾਅਦ ਜਿਹੜੀ ਹਵਾ ਦੀ ਕੁਆਲਿਟੀ ਸੀ ਉਹ ਖਰਾਬ ਹੋਣ ਲੱਗ ਪਈ। ਤਾਂ ਉਹ ਇੰਨੀ ਜ਼ਿਆਦਾ ਖਰਾਬ ਹੋਣ ਲੱਗ ਪਈ ਕਿ ਰਾਤ ਜਾਂਦੇ ਤੱਕ ਦਿੱਲੀ ਦੀ ਸੜਕਾਂ ਦੇ ਉੱਤੇ ਇੱਕ ਲੇਅਰ ਜਿਹੜੀ ਸੀ ਚਿੱਟੇ ਧੁੰਦ ਦੀ ਇੱਕ ਜਿਹੜੀ ਪਰਤ ਸੀ ਉਹ ਨਜ਼ਰ ਆਉਣ ਲੱਗ ਪਈ। ਤੇ ਸਿਰਫ ਦਿੱਲੀ 'ਚ ਨਹੀਂ ਹੋਇਆ, ਦਿੱਲੀ ਦੇ ਲਾਗੇ ਚਾਗੇ ਚਾਹੇ ਨੋਇਡਾ ਹੋਵੇ, ਗਾਜ਼ੀਆਬਾਦ ਹੋਵੇ, ਉੱਥੇ ਵੀ ਹਵਾ ਜਿਹੜੀ ਹੈ ਬਹੁਤ ਜ਼ਿਆਦਾ ਖਰਾਬ ਹੈ। AQI ਜਿਹੜਾ ਉਹ 999, ਕਿਉਂਕਿ ਉਹ ਲਿਮਿਟ ਇਸ ਤੋਂ ਉੱਪਰ ਮਾਪਿਆ ਹੀ ਨਹੀਂ ਜਾ ਸਕਦਾ। ਤੇ ਇਸ ਕਰਕੇ ਹਾਲਤ ਕਾਫੀ ਜ਼ਿਆਦਾ ਅਲਾਰਮਿੰਗ ਨੇ। ਲੋਕਾਂ ਨੂੰ ਥੋੜਾ ਜਿਹਾ ਆਪ ਵੀ ਸੁਚੇਤ ਹੋਣਾ ਪਏਗਾ, ਸਿਰਫ ਸਰਕਾਰਾਂ ਦੀ ਗੱਲ ਪਾਇਆ ਗੱਲ ਨਹੀਂ ਬਣੇਗੀ। ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਹਰਪ੍ਰੀਤ ਫਿਲਹਾਲ ਦੀ ਜਾਣਕਾਰੀ। ਫਿਲਹਾਲ ਜਿਹੜਾ ਹੈ ਦੀਵਾਲੀ ਦਾ ਤਿਉਹਾਰ ਸਭ ਨੇ ਬੜੇ ਹੀ ਜੋਸ਼ੋ ਖਰੋਸ਼ ਦੇ ਨਾਲ ਖੁਸ਼ੀਆਂ ਦੇ ਨਾਲ ਮਨਾਇਆ, ਲੇਕਿਨ ਉਹ ਜਿਹੜੇ ਪਟਾਕੇ ਜਿਸ ਦੀ ਕਿ ਸਾਨੂੰ ਸ਼ਾਇਦ ਸਾਰਿਆਂ ਨੂੰ ਸਮਝ ਹੋਣੀ ਚਾਹੀਦੀ ਸੀ ਕਿ ਕਿੰਨੇ ਜ਼ਿਆਦਾ ਚਲਾਉਣੇ ਚਾਹੀਦੇ ਨੇ, ਨਹੀਂ ਚਲਾਉਣੇ ਚਾਹੀਦੇ ਨੇ। ਹਾਲਾਂਕਿ ਸਰਕਾਰ ਵੱਲੋਂ ਬੈਨ ਜ਼ਰੂਰ ਕੀਤਾ ਗਿਆ, ਲੇਕਿਨ ਇਸ ਦੇ ਬਾਵਜੂਦ ਜੰਮ ਕੇ ਖਰੀਦਾਰੀ ਹੋਈ, ਜੰਮ ਕੇ ਪਟਾਕੇ ਚੱਲੇ ਔਰ ਇਸ ਵੇਲੇ ਦਿੱਲੀ NCR ਵਿੱਚ ਜਿਹੜੀ ਹਵਾ ਦੀ ਗੁਣਵੱਤਾ ਹੈ ਉਹ ਇਸ ਵੇਲੇ ਪੂਰੀ ਤਰ੍ਹਾਂ ਦੇ ਨਾਲ ਜ਼ਹਿਰੀਲੀ ਹੋ ਚੁੱਕੀ ਹੈ।